328 ਸਰੂਪਾਂ ਵਾਲਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਇਹ ਮਾਮਲਾ ਜਿਹੜਾ ਹੈ ਲਗਾਤਾਰ ਕੰਪਲਿਕੇਟਿਡ ਹੁੰਦਾ ਜਾ ਰਿਹਾ ਹੈ। ਹੋਰ ਬਿਆਨ ਜਿਹੜਾ ਉਹ ਨਿਕਲ ਕੇ ਸਾਹਮਣੇ ਆਂਦਾ ਹੈ ਕਿ 328 ਸਰੂਪ ਨਹੀਂ ਬਲਕਿ 800 ਤੋਂ ਜ਼ਿਆਦਾ ਸਰੂਪ ਨੇ। ਪੀਟੀ ਦੀ ਇੱਕ ਰਿਪੋਰਟ ਆਨਰੇਬਲ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਆਪਦੀ ਸਟੇਟਸ ਰਿਪੋਰਟ ਜਾਂ ਰਿਪਲਾਈ ਕਹਿ ਲਓ ਪਟੀਸ਼ਨ ਦੀ ਫਾਈਲ ਕੀਤੀ ਹੈ ਆਨਰੇਬਲ ਕੋਰਟ ਦੀ ਡਾਇਰੈਕਸ਼ਨਸ ਦੇ ਉੱਤੇ 21 ਜਨਵਰੀ ਨੂੰ ਜਾਂ ਬਾਕੀ ਕੇਸਿਸ ਦੇ ਵਿੱਚ ਉਸ ਸੇਮ ਡੇਟ ਦੇ ਉੱਤੇ 3 ਕੇਸਿਸ ਦੇ ਵਿੱਚ ਔਰ ਬਾਅਦ ਦੇ ਵਿੱਚ 27 ਨੂੰ ਸ਼ਾਇਦ ਇੱਕ ਹੋਰ ਕੇਸ ਦੇ ਵਿੱਚ ਇਹਨਾਂ ਨੇ ਫਾਈਲ ਕੀਤੀ। ਉਹਦੇ ਵਿੱਚ ਇਹਨਾਂ ਨੇ ਬੜੀ ਕਲੀਅਰਲੀ ਆ ਗੱਲ ਆਖੀ ਹੈ ਕਿ ਕਿਸ ਇਨਸਾਨ ਦਾ ਕੀ ਰੋਲ ਹੈ। ਉਹਦੇ ਕੋਲ ਉਹਨਾਂ ਨੇ ਕਿਹਾ ਹੈ ਕਿ ਉਹ ਬੰਦੇ ਕੋਲ ਐਕਸੈਸ ਦੇ ਵਿੱਚ 12,67,478 ਪੇजेस ਪਹੁੰਚਾਏ ਗਏ ਇਨ ਐਕਸੈਸ ਪ੍ਰਿੰਟ ਕਰਕੇ। ਇਸ ਨੰਬਰ ਨੂੰ ਲਈਏ 1430 ਅੰਗ ਹੁੰਦੇ ਹੈ ਸੋ ਜੇ 1430 ਨਾਲ ਉਹਨੂੰ ਡਿਵਾਈਡ ਕਰੀਏ ਤੇ 886 ਸਰੂਪ ਤਿਆਰ ਹੋਏਗਾ ਮਤਲਬ। ਸੋ ਇੰਨੇ ਸਰੂਪ ਜੇ ਤਿਆਰ ਹੋਏ ਹਨ ਤੇ ਫਿਰ ਉਹ ਮਿਸਿੰਗ ਸਰੂਪ 328 ਅਸੀਂ ਕਿਵੇਂ ਕਹਿ ਰਹੇ ਹਾਂ। ਮੈਂ ਦੋਵੇਂ ਚੀਜ਼ਾਂ ਤੁਹਾਨੂੰ ਇਹ ਡਾਕੂਮੈਂਟ ਦੀ ਫਾਰਮ ਦੇ ਵਿੱਚ ਦਿਖਾਉਣਾ ਕਿਉਂਕਿ ਇਹ ਚੀਜ਼ ਕੋਈ ਉਹ ਨਹੀਂ ਆ। ਦੇਖੋ ਆ ਤਾਂ ਹੈਗਾ ਜੀ SIT ਦਾ ਜਵਾਬ। ਇਹਨਾਂ ਨੇ ਆਪ ਲਿਖਿਆ ਹੈ ਕਿ ਐਕਸੈਸ ਸਕ੍ਰਿਪਚਰ ਪਾਰਟਸ ਮਤਲਬ ਇਹਨਾਂ ਦੇ ਅੰਗ ਹਾਲ 3 ਤੇ 4 ਦੇ ਵਿੱਚ ਵਿਦਆਊਟ ਰਿਕਾਰਡ ਔਰ ਰਿਸਪੈਕਟ ਰੱਖੇ ਗਏ। ਵਿਦਆਊਟ ਰਿਸਪੈਕਟ ਦਾ ਮਤਲਬ ਮੇਰੇ ਖਿਆਲ ਨਾਲ ਤਾਂ ਜੋ ਟ੍ਰਾਂਸਲੇਸ਼ਨ ਮੈਨੂੰ ਸਮਝ ਆਉਂਦੀ ਹੈ ਬੇਅਦਬੀ ਕਿਹਾ ਜਾਂਦਾ ਹੈ। ਵਰਬਲ ਆਰਡਰਸ ਤੇ ਛਪੇ ਮਤਲਬ ਬੋਲ ਕੇ ਛਾਪੇ ਗਏ ਅਨਆਥੋਰਾਈਜ਼ਡ ਤਰੀਕੇ ਨਾਲ ਬਿਨਾਂ ਰਿਟਨ ਅਪਰੂਵਲ ਤੋਂ ਔਰ ਕੋਈ ਰਿਕਾਰਡ ਤਾਂ ਇਹ ਵੀ ਸਾਹਮਣੇ ਆ ਰਿਹਾ ਹੈ ਕਿ 800 ਤੋਂ ਉੱਤੇ ਨੇ। ਹੋ ਸਕਦਾ ਹੈ ਅਜੇ ਤਫਤੀਸ਼ ਦੇ ਵਿੱਚ ਆਉਣ ਕੇ ਹੋਰ ਵੀ ਲੱਖਾਂ 'ਚ ਆਏ ਛਾਪੇ ਗਏ ਇਹ ਸਰੂਪ ਔਰ ਉਹ ਮਿਸਿੰਗ ਨੇ। ਸੋ ਹੋ ਸਕਦਾ ਨੰਬਰ 1000 ਤੋਂ ਉੱਤੇ ਚਲਾ ਜਾਵੇ। ਉਹ ਤਾਂ ਹੁਣ ਤਫਤੀਸ਼ 'ਚ ਚੀਜ਼ਾਂ ਆਉਣਗੀਆਂ। 328 ਸਰੂਪਾਂ ਵਾਲਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਇਹ ਮਾਮਲਾ ਜਿਹੜਾ ਹੈ ਲਗਾਤਾਰ ਕੰਪਲਿਕੇਟਿਡ ਹੁੰਦਾ ਜਾ ਰਿਹਾ ਹੈ। ਲੇਕਿਨ ਹੁਣ ਇਸ ਦੇ ਉੱਪਰ ਇੱਕ ਹੋਰ ਬਿਆਨ ਜਿਹੜਾ ਉਹ ਨਿਕਲ ਕੇ ਸਾਹਮਣੇ ਆਂਦਾ ਹੈ ਕਿ 328 ਸਰੂਪ ਨਹੀਂ ਬਲਕਿ 800 ਤੋਂ ਜ਼ਿਆਦਾ ਸਰੂਪ ਨੇ। ਇਸ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਐਡਵੋਕੇਟ ਪ੍ਰਦੀਪ ਵਿਰਕ ਮੌਜੂਦ ਨੇ। ਵਿਰਕ ਸਾਹਿਬ, ਪਹਿਲਾਂ ਤਾਂ ਜਿਹੜਾ 328 ਸਰੂਪ ਨਹੀਂ ਬਲਕਿ 800 ਤੋਂ ਜ਼ਿਆਦਾ ਸਰੂਪ ਹੈਗੇ ਨੇ, ਕੀ ਸਾਰਾ ਮਾਮਲਾ ਹੈਗਾ? ਸਰ ਇਹ ਤਾਂ SIT ਦੀ ਇੱਕ ਰਿਪੋਰਟ ਆਨਰੇਬਲ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਆਪਦੀ ਸਟੇਟਸ ਰਿਪੋਰਟ ਜਾਂ ਰਿਪਲਾਈ ਕਹਿ ਲਓ ਪਟੀਸ਼ਨ ਦੀ ਫਾਈਲ ਕੀਤੀ ਹੈ ਆਨਰੇਬਲ ਕੋਰਟ ਦੀ ਡਾਇਰੈਕਸ਼ਨਸ ਦੇ ਉੱਤੇ 21 ਜਨਵਰੀ ਨੂੰ ਜਾਂ ਬਾਕੀ ਕੇਸਿਸ ਦੇ ਵਿੱਚ ਉਸ ਸੇਮ ਡੇਟ ਦੇ ਉੱਤੇ 3 ਕੇਸਿਸ ਦੇ ਵਿੱਚ ਔਰ ਬਾਅਦ ਦੇ ਵਿੱਚ 27 ਨੂੰ ਸ਼ਾਇਦ ਇੱਕ ਹੋਰ ਕੇਸ ਦੇ ਵਿੱਚ ਇਹਨਾਂ ਨੇ ਫਾਈਲ ਕੀਤੀ। ਉਹਦੇ ਵਿੱਚ ਇਹਨਾਂ ਨੇ ਬੜੀ ਕਲੀਅਰਲੀ ਆ ਗੱਲ ਆਖੀ ਹੈ ਕਿ ਕਿਸ ਇਨਸਾਨ ਦਾ ਕੀ ਰੋਲ ਹੈ। ਸੋ ਜਿਹੜੀ ਇੱਕ ਪਾਰਟਿਕੂਲਰ ਰਿਪਲਾਈ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਜਿਹੜੇ ਬਾਈਂਡਿੰਗ ਕਰਨ ਵਾਲੇ ਦਾ ਰੋਲ ਸੀ, ਉਹਦੇ ਕੋਲ ਉਹਨਾਂ ਨੇ ਕਿਹਾ ਹੈ ਕਿ ਉਹ ਬੰਦੇ ਕੋਲ ਐਕਸੈਸ ਦੇ ਵਿੱਚ 12,67,478 ਪੇजेस ਪਹੁੰਚਾਏ ਗਏ ਇਨ ਐਕਸੈਸ ਪ੍ਰਿੰਟ ਕਰਕੇ। ਔਰ ਇਹੀ ਚੀਜ਼ ਉਹਨਾਂ ਦਾ ਕਹਿਣਾ ਹੈ ਕਿ ਡਾਕਟਰ ਈਸ਼ਰ ਸਿੰਘ ਕਮੇਟੀ ਦੀ ਰਿਪੋਰਟ ਦੇ ਵਿੱਚ ਹੈ। ਸੋ ਜੇ ਅਸੀਂ ਇਸ ਨੰਬਰ ਨੂੰ ਲਈਏ 1430 ਅੰਗ ਹੁੰਦੇ ਹੈ ਸੋ ਜੇ 1430 ਨਾਲ ਉਹਨੂੰ ਡਿਵਾਈਡ ਕਰੀਏ ਤੇ 886 ਸਰੂਪ ਤਿਆਰ ਹੋਏਗਾ ਮਤਲਬ। ਸੋ ਇੰਨੇ ਸਰੂਪ ਜੇ ਤਿਆਰ ਹੋਏ ਹਨ ਤੇ ਫਿਰ ਉਹ ਮਿਸਿੰਗ ਸਰੂਪ 328 ਅਸੀਂ ਕਿਵੇਂ ਕਹਿ ਰਹੇ ਹਾਂ। ਦੂਜੀ ਗੱਲ, ਇੱਕ ਮੁੱਦਾ ਸ਼ੁਰੂ ਤੋਂ ਉੱਠ ਰਿਹਾ ਸੀ ਕਿ ਬੇਅਦਬੀ ਹੋਈ ਹੈ ਕਿ ਨਹੀਂ। ਮੈਂ ਦੋਵੇਂ ਚੀਜ਼ਾਂ ਤੁਹਾਨੂੰ ਇਹ ਡਾਕੂਮੈਂਟ ਦੀ ਫਾਰਮ ਦੇ ਵਿੱਚ ਦਿਖਾਉਣਾ ਕਿਉਂਕਿ ਇਹ ਚੀਜ਼ ਕੋਈ ਉਹ ਨਹੀਂ ਆ। ਦੇਖੋ ਆ ਤਾਂ ਹੈਗਾ ਜੀ SIT ਦਾ ਜਵਾਬ। ਇਹਨਾਂ ਨੇ ਆਪ ਲਿਖਿਆ ਹੈ ਕਿ ਐਕਸੈਸ ਸਕ੍ਰਿਪਚਰ ਪਾਰਟਸ ਮਤਲਬ ਇਹਨਾਂ ਦੇ ਅੰਗ ਹਾਲ 3 ਤੇ 4 ਦੇ ਵਿੱਚ ਵਿਦਆਊਟ ਰਿਕਾਰਡ ਔਰ ਰਿਸਪੈਕਟ ਰੱਖੇ ਗਏ। ਵਿਦਆਊਟ ਰਿਸਪੈਕਟ ਦਾ ਮਤਲਬ ਮੇਰੇ ਖਿਆਲ ਨਾਲ ਤਾਂ ਜੋ ਟ੍ਰਾਂਸਲੇਸ਼ਨ ਮੈਨੂੰ ਸਮਝ ਆਉਂਦੀ ਹੈ ਬੇਅਦਬੀ ਕਿਹਾ ਜਾਂਦਾ ਹੈ। ਡਿਸਰਿਸਪੈਕਟ ਨੂੰ ਬੇਅਦਬੀ ਕਹਿੰਦੇ ਹੈ, ਵਿਦਆਊਟ ਰਿਸਪੈਕਟ ਨੂੰ ਵੀ ਬੇਅਦਬੀ ਕਹਿੰਦੇ ਹੈ। ਇਹਨਾਂ ਨੇ ਕਿਹਾ ਹੈ ਕਿ 2012 ਤੋਂ ਲੈ ਕੇ 2020 ਤੱਕ ਦੇ ਰਿਕਾਰਡ ਤੋਂ ਸਾਹਮਣੇ ਆਇਆ ਹੈ ਕਿ ਇੰਨੇ ਪੇजेस ਛਾਪੇ ਗਏ ਔਰ ਇਹਦੇ ਵਿੱਚ ਜਿਹੜੇ ਮੋਸਟ ਇੰਟਰਸਟਿੰਗ ਇਹਨਾਂ ਨੇ ਲਫ਼ਜ਼ ਬੜੇ ਕਲੀਅਰ ਯੂਜ਼ ਕੀਤੇ ਹੈ। ਵਰਬਲ ਆਰਡਰਸ ਤੇ ਛਪੇ ਮਤਲਬ ਬੋਲ ਕੇ ਛਾਪੇ ਗਏ ਅਨਆਥੋਰਾਈਜ਼ਡ ਤਰੀਕੇ ਨਾਲ ਬਿਨਾਂ ਰਿਟਨ ਅਪਰੂਵਲ ਤੋਂ ਔਰ ਕੋਈ ਰਿਕਾਰਡ ਨਹੀਂ ਰੱਖਿਆ ਗਿਆ। ਸੋ ਇਸ ਤੋਂ ਬਾਅਦ ਇੰਨੇ ਸਾਰੇ ਤੁਸੀਂ ਪ੍ਰਿੰਟ ਕਰਕੇ ਜੇ ਭੇਜਦੇ ਹੋ ਅੱਗੇ ਤੇ ਸਰੂਪ ਜੇ ਅਸੀਂ ਦੇਖੀਏ ਕਿੰਨੇ ਉਹਦੇ ਤੋਂ ਬਣਦੇ ਹੈ
ਉਹ 886 ਬਣਦੇ ਆ। ਇੰਨਾ ਲਾਰਜ ਨੰਬਰ ਫਿਰ ਮਿਸਿੰਗ ਹੈ ਸਾਡਾ। ਜਿਹੜਾ ਵੇਖੋ ਵਡਾਲਾ ਸਾਹਿਬ ਜਿਨ੍ਹਾਂ ਦਾ, ਜਿਹੜੇ ਕੰਪਲੇਨੈਂਟ ਨੇ, ਜਿਨ੍ਹਾਂ ਦਾ ਮੈਂ ਵਕੀਲ ਹਾਂ ਇਸ ਕੇਸ 'ਚ, ਵਡਾਲਾ ਸਾਹਿਬ ਇੱਥੇ ਕੋਈ ਇੰਡੀਵਿਜੂਅਲ ਦੇ ਤੌਰ ਤੇ ਨਹੀਂ ਖੜੇ, ਉਹ ਸਿੱਖ ਸੰਗਤ ਨੂੰ ਇੱਕ ਰਿਪਰੈਜ਼ੈਂਟ ਕਰ ਰਹੇ ਹੈ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਲਈ ਇਨਸਾਫ ਚਾਹੀਦਾ ਹੈ। ਸਾਡਾ ਮੇਨ ਮਕਸਦ ਜੋ FIR ਦਾ ਹੈ ਉਹ ਇਹ ਨਹੀਂ ਹੈ ਕਿ ਕੱਲਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿਓ, ਉਹ ਚੀਜ਼ ਹੁਣ ਬਾਅਦ 'ਚ ਹੈ। ਪਹਿਲੀ ਚੀਜ਼ ਸਾਡਾ FIR ਕਰਾਉਣ ਦਾ ਮਕਸਦ ਹੀ ਹੈ ਕਿ ਸਾਡੇ ਪਾਵਨ ਸਰੂਪ ਲੱਭੇ ਜਾਣ ਕਿੱਥੇ ਨੇ। ਸੋ ਹੁਣ ਜੇ ਅਸੀਂ ਕਹੀਏ ਜੀ 328 ਲੱਭਣ ਚੱਲੇ ਸੀ, ਹੁਣ ਤਾਂ ਇਹ ਵੀ ਸਾਹਮਣੇ ਆ ਰਿਹਾ ਕਿ 800 ਤੋਂ ਉੱਤੇ ਨੇ। ਹੋ ਸਕਦਾ ਅਜੇ ਤਫਤੀਸ਼ ਦੇ ਵਿੱਚ ਆਉਣ ਕਿ ਹੋਰ ਵੀ ਲੱਖਾਂ 'ਚ ਆਏ ਛਾਪੇ ਗਏ ਸਰੂਪ ਔਰ ਉਹ ਮਿਸਿੰਗ ਨੇ। ਸੋ ਹੋ ਸਕਦਾ ਨੰਬਰ 1000 ਤੋਂ ਉੱਤੇ ਚਲਾ ਜਾਵੇ। ਉਹ ਤਾਂ ਹੁਣ ਤਫਤੀਸ਼ 'ਚ ਚੀਜ਼ਾਂ ਆਉਣਗੀਆਂ। ਹੁਣੇ ਡਾਕਟਰ ਈਸ਼ਰ ਸਿੰਘ ਕਮੇਟੀ ਦੀ ਰਿਪੋਰਟ ਦੇ ਵਿੱਚ ਵੀ ਆਇਆ, ਇੱਥੇ ਵੀ ਆਇਆ। ਸੋ SIT ਨੇ ਵੀ ਆ ਚੀਜ਼ ਕੱਢੀ ਹੈ। ਸੋ ਇਸ ਕਰਕੇ ਇਹ ਮੁੱਦਾ ਜਿਹੜਾ ਹੈਗਾ ਇਹ ਤਫਤੀਸ਼ ਦੇ ਵਿੱਚ ਹੋਰ ਡਿਟੇਲਸ ਅੱਗੇ ਆਉਣਗੀਆਂ। ਇੱਕ SGPC ਦੇ ਵੱਲੋਂ SIT ਨੂੰ ਜਿਹੜੀ ਹੈ ਉਹ ਕਹਿੰਦੇ ਕਿ ਆਪਾਂ ਪੂਰੀ ਰਿਪੋਰਟ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ। ਦੇਖੋ SIT ਦਾ ਤਾਂ ਕਹਿਣਾ ਸੀ ਕਿ ਕੰਪਲੀਟ ਰਿਕਾਰਡ ਨਹੀਂ ਦਿੱਤੇ ਗਏ। ਰਿਪੋਰਟ ਤਾਂ ਜਦੋਂ FIR ਦੇ ਲਈ ਕੰਪਲੇਂਟ ਦਿੱਤੀ ਹੈ ਉਦੋਂ ਹੀ ਨਾਲ ਦੇਤੀ, ਔਰ ਰਿਪੋਰਟ ਤਾਂ SGPC ਨੇ ਮਤਲਬ ਆਪਣੀ ਵੈਬਸਾਈਟ ਤੇ ਹੀ ਪਾ ਰੱਖੀ ਸੀ ਪਹਿਲਾਂ। ਜਿੱਥੇ ਤੱਕ SGPC ਦਾ ਸਵਾਲ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਜੇ SGPC ਆ ਸ਼ੁਰੂਆਤ ਨਾ ਕਰਦੀ, ਅੱਜ ਆ ਸੱਚਾਈ ਕਦੇ ਸਾਹਮਣੇ ਆਉਣੀ ਨਹੀਂ ਸੀ। SGPC ਦੇ ਤਾਂ ਸਾਰੀ ਸਿੱਖ ਸੰਗਤ ਧੰਨਵਾਦੀ ਹੈ, ਔਰ ਇਸੇ ਕਰਕੇ ਧੰਨਵਾਦ ਉਹਨਾਂ ਦਾ, ਕਿਉਂਕਿ ਉਹਨਾਂ ਨੇ ਹੀ ਆਪਦੇ ਕੰਮ ਕਰਨ ਵਾਲਿਆਂ ਦੇ, ਆਪਦੇ ਬੰਦਿਆਂ ਦੀਆਂ ਗਲਤੀਆਂ ਕੱਢੀਆਂ, ਔਰ ਉਹਨਾਂ ਦੇ ਖਿਲਾਫ ਇੱਕ ਇਨਕੁਆਇਰੀ ਕਮਿਸ਼ਨ ਬਿਠਾ ਕੇ ਇਨਕੁਆਇਰੀ ਕਰਾ ਕੇ ਕਿਹਦਾ ਕੀ ਰੋਲ ਸੀ ਉਹ ਚੀਜ਼ ਬਾਹਰ ਕੱਢੀ, ਔਰ ਉਹਦੇ ਵਿੱਚ ਹੀ ਫੌਜਦਾਰੀ ਮੁਕੱਦਮੇ ਦੀ ਰეკਮੈਂਡੇਸ਼ਨ ਦਿੱਤੀ ਗਈ। ਹੁਣ ਉਸ ਤੋਂ ਬਾਅਦ ਫੌਜਦਾਰੀ ਮੁਕੱਦਮਾ ਤਾਂ ਦੇਖੋ ਪੁਲਿਸ ਦੀ ਹੀ ਅਥਾਰਟੀ ਹੈ, ਉਹਦੇ ਵਿੱਚ ਹੁਣ ਪੁਲਿਸ ਕੋਲ ਤਫਤੀਸ਼ ਹੋ ਕੇ ਕੀ ਸੱਚਾਈ ਬਾਹਰ ਆਉਂਦੀ ਹੈ, ਤੇ SGPC ਔਰ SIT ਦੀ ਆਪਸ ਦੇ ਵਿੱਚ ਕੋਆਪਰੇਸ਼ਨ ਦੇ ਨਾਲ ਛੇਤੀ ਚੀਜ਼ ਹੋ ਜੂਗੀ। ਔਰ ਮੇਰੇ ਖਿਆਲ ਸਾਰਿਆਂ ਨੂੰ ਇਨਸਾਫ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਇਨਸਾਫ ਛੇਤੀ ਹੋਵੇ। ਇਨਸਾਫ ਵੀ ਇੱਥੇ ਸਰੂਪ ਲੱਭਣ ਦਾ ਪਹਿਲਾ ਕਦਮ ਹੈ, ਉਹ ਬਹੁਤ ਜ਼ਰੂਰੀ ਹੈ, ਔਰ ਉਹ ਉਮੀਦ ਕਰਦੇ ਹਾਂ ਛੇਤੀ ਹੋ ਜਾਊਗਾ। ਅੱਛਾ, ਇੰਨੇ ਲੰਬੇ ਸਮੇਂ ਤੋਂ ਆਹੀ ਸੀਗਾ ਕਿ 328 ਸਰੂਪ ਨੇ, ਲੇਕਿਨ ਜੇਕਰ ਉਹਨਾਂ ਨੂੰ ਪਤਾ ਸੀਗਾ, ਉਹਨਾਂ ਨੇ ਸਾਰੀ ਗੱਲ ਪਹਿਲਾਂ ਹੀ ਕਿਉਂ ਨਹੀਂ ਕਲੀਅਰ ਕਰਤੀ? ਸਰ ਉਹਨਾਂ ਨੇ ਤਾਂ ਕਲੀਅਰ ਕਰਤੀ, SGPC ਵੱਲੋਂ ਹੀ ਤਾਂ ਰਿਪੋਰਟ ਤਿਆਰ ਕਰਕੇ ਮਨਜ਼ੂਰ ਕੀਤੀ ਗਈ ਹੈ। SGPC ਨੇ ਕਦੇ ਨਹੀਂ ਕਿਹਾ ਤਿਆਰ ਨਹੀਂ ਕੀਤੀ, SGPC ਨੇ ਤਿਆਰ ਕੀਤੀ, ਔਰ ਪਹਿਲਾ ਕਦਮ ਹੀ SGPC ਦਾ ਚੁੱਕਿਆ ਹੈ। ਇਹ ਗਲਤ ਹੋਊਗਾ ਜੇ ਅਸੀਂ ਕਵਾਂਗੇ ਕਿ SGPC ਨੇ ਕੁਝ ਨਹੀਂ ਕੀਤਾ। SGPC ਨੇ ਗੱਲ ਤਾਂ ਇਹ ਸੀ ਕਿ 328 ਸਰੂਪ। ਸਰ 328 ਨੰਬਰ ਕੌਣ ਕਹਿ ਰਿਹਾ ਹੈ? SGPC ਨੇ ਤਾਂ ਇਨਕੁਆਇਰੀ ਕਰਾ ਕੇ ਰਿਪੋਰਟ ਜਨਤਕ ਕਰਤੀ। ਹੁਣ ਜੇ ਕਿਸੇ ਨੇ ਰਿਪੋਰਟ ਨਹੀਂ ਕੰਪਲੀਟ ਪੜ੍ਹੀ ਹੋਵੇ, ਮੈਂ ਕਹਿ ਰਿਹਾ ਇਸ ਤੋਂ ਵੀ ਵੱਧ ਨੰਬਰ ਹੋਊਗਾ। ਮੈਂ ਔਨ ਰਿਕਾਰਡ ਕਹਿ ਰਿਹਾ, ਔਰ ਤੁਸੀਂ ਪੂਰੀ ਰਿਪੋਰਟ ਪੜ੍ਹ ਲਓ ਡਾਕਟਰ ਈਸ਼ਰ ਸਿੰਘ ਦੀ, ਇਸ ਤੋਂ ਵੀ ਨੰਬਰ ਵੱਧ ਜਾਊਗਾ। SGPC ਨੇ ਤਾਂ ਸਭ ਤੋਂ ਵਧੀਆ ਰੋਲ ਪਲੇ ਕੀਤਾ ਹੈ। ਸ਼ੁਰੂਆਤ ਹੀ ਨਹੀਂ ਹੋ ਸਕਦੀ ਸੀ ਜੇ SGPC ਨਾ ਚਾਹੁੰਦੀ। ਇਹ ਤਾਂ SGPC ਨੇ ਸਾਰਾ ਸ਼ੁਰੂ ਕਰਵਾਇਆ, ਕਮੇਟੀ ਬਣਾਈ, ਕਮੇਟੀ ਤੋਂ ਡਿਟੇਲ ਦੇ ਵਿੱਚ ਉਹਨਾਂ ਨੂੰ ਅਸਿਸਟ ਕਰਕੇ ਇਨਕੁਆਇਰੀ ਕਰਵਾ ਕੇ ਉਹ ਰਿਪੋਰਟ ਜਨਤਕ ਕੀਤੀ। ਜੇ ਉਹ ਨਾ ਕਰਦੇ ਅਸੀਂ ਕੀ ਕਰ ਲੈਂਦੇ? ਉਸ ਰਿਪੋਰਟ ਦੇ ਬੇਸ ਤੇ ਹੀ ਅੱਜ ਆ ਸੱਚਾਈ ਸਾਹਮਣੇ ਆਈ ਹੈ। ਅਜੇ ਤਾਂ SIT ਦੀ ਤਫਤੀਸ਼ ਬਿਲਕੁਲ ਸ਼ੁਰੂਆਤ 'ਚ ਹੈ, ਉਹ ਰਿਪੋਰਟ ਦੇ ਵਿੱਚ ਵੀ ਆਹੀ ਚੀਜ਼ ਲਿਖੀ ਹੋਈ ਹੈ। ਸੋ SGPC ਦਾ ਰੋਲ ਤਾਂ ਜਿੰਨੀ ਅਸੀਂ ਤਾਰੀਫ ਕਰੀਏ ਘੱਟ ਹੈ। ਜਿਹੜੇ ਦੋ ਅਕਿਊਜ਼ ਨੇ ਉਹਨਾਂ ਕੋਲੋਂ ਕਿੰਨੀ ਕੁ ਜ਼ਿਆਦਾ ਪੁੱਛਤਾਛ ਕੀਤੀ ਜਾ ਰਹੀ ਹੈਗੀ ਹੁਣ ਤੱਕ? ਡਿਟੇਲ ਮੇਰੇ ਕੋਲ ਨਹੀਂ ਹੈ। ਵੇਖੋ ਮੈਂ ਕੰਪਲੇਨੈਂਟ ਦਾ ਵਕੀਲ ਹਾਂ, ਮੇਰੇ ਕੋਲ SIT ਦੀ ਇਨਵੈਸਟੀਗੇਸ਼ਨ ਦੀ ਡਿਟੇਲ ਨਹੀਂ ਹੈ, SGPC ਦੀ ਇੰਟਰਨਲ ਵਰਕਿੰਗ ਦੀ ਡਿਟੇਲ ਨਹੀਂ ਹੈ। ਮੇਰੇ ਕੋਲ ਤਾਂ ਬੜੀ ਲਿਮਿਟਿਡ ਜੀ ਚੀਜ਼ ਆਈ ਕਿ ਇਸ ਮਟੀਰੀਅਲ ਤੇ ਇਸ ਐਵੀਡੈਂਸ ਦੇ ਉੱਤੇ ਕੀ ਆਰਗੂਮੈਂਟ ਬਣਦੇ ਆ, ਤੇ ਉਹਦੇ ਵਿੱਚ ਆ ਚੀਜ਼ SIT ਦੀ ਰਿਪਲਾਈ ਦੇ ਵਿੱਚ ਆਈ ਹੈ, ਉਹ ਸਾਡੇ ਕੰਮ ਦੀ ਹੈ। ਜਿੰਨੀ ਕਿ ਜਲਦੀ ਇਹ ਕੇਸ ਚੱਲ ਰਿਹਾ ਹੈਗਾ, ਕੀ ਲੱਗਦਾ ਹੈ ਕਿ ਕਿੰਨੇ ਕੁ ਜਲਦੀ ਤੱਕ ਉਹ ਜਿਹੜੇ 308 ਮਤਲਬ 800 ਤੋਂ ਜ਼ਿਆਦਾ ਜਿਹੜੇ ਸਰੂਪ ਹੈਗੇ ਨੇ ਉਹ ਕਿੰਨੀ ਕੁ ਜਲਦੀ ਮਿਲ ਜਾਣਗੇ, ਔਰ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਕਿੰਨੀ ਕੁ ਜਲਦੀ ਸਜ਼ਾ ਹੋਵੇ? ਉਹ ਤਾਂ SIT ਦੀ ਸਪੀਡ ਤੇ ਡਿਪੈਂਡ ਕਰਦਾ ਤਫਤੀਸ਼ 'ਚ, ਉਹ ਮੈਂ ਉਹਦੇ 'ਚ ਕੁਝ ਨਹੀਂ ਕਹਿ ਸਕਦਾ। ਉਹ ਤਾਂ ਦੇਖੋ ਅਸੀਂ ਅਰਦਾਸ ਕਰ ਸਕਦੇ ਹਾਂ, ਰੱਬ ਇੱਥੇ ਤੱਕ ਲੈ ਆਏ, ਅੱਗੇ ਵੀ ਲੈ ਜਾਣਗੇ। ਉਮੀਦ ਕਰਦੇ ਹਾਂ ਬਹੁਤ ਛੇਤੀ ਹੋ ਜਾਊਗਾ, ਕਿਉਂਕਿ ਜੇ ਇਹੋ ਜਿਹੀਆਂ ਚੀਜ਼ਾਂ ਨੂੰ ਤੁਸੀਂ ਜਿਹਨੂੰ ਕਹਿੰਦੇ ਆ ਕਿ ਅੰਜਾਮ ਤੱਕ ਛੇਤੀ ਲੈ ਜਾਓ ਫੇਅਰ ਇਨਵੈਸਟੀਗੇਸ਼ਨ ਕਰਕੇ, ਤੇ ਉਹ ਚੀਜ਼ਾਂ ਜਨਰਲੀ ਚੰਗਾ ਰਿਜ਼ਲਟ ਦੇ ਦਿੰਦੀਆਂ। ਨਹੀਂ ਤਾਂ ਕਈ ਵਾਰੀ ਸਿਚੁਏਸ਼ਨਸ ਆਊਟ ਆਫ ਕੰਟਰੋਲ ਚਲੀਆਂ ਜਾਂਦੀਆਂ, ਕਿਉਂਕਿ ਬਹੁਤ ਸਾਰੀਆਂ ਰਿਲੀਜੀਅਸ ਭਾਵਨਾਵਾਂ ਨਾਲ ਜੁੜੀਆਂ ਹੁੰਦੀਆਂ। ਠੀਕ ਹੈ, ਤਾਂ ਬਿਲਕੁਲ ਸੀਨੀਅਰ ਐਡਵੋਕੇਟ ਪ੍ਰਦੀਪ ਵਿਰਕ ਸੀਗੇ, ਜਿਨ੍ਹਾਂ ਦਾ ਕਹਿਣਾ ਹੈ ਕਿ 328 ਨਹੀਂ, ਔਰ ਜੋ ਰਿਪੋਰਟ ਹੈਗੀ ਹੈ ਉਸ ਨੂੰ ਦੇਖਦੇ ਹੋਏ 800 ਤੋਂ ਜ਼ਿਆਦਾ ਸਰੂਪ ਜਿਹੜੇ ਨੇ ਉਹ ਹਜੇ ਤੱਕ ਮਿਸਿੰਗ ਨੇ, ਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਕੈਮਰਾ ਪਰਸਨ ਸ਼ਵਨ ਦੇ ਨਾਲ ਮੈਂ ਸਾਰਾਂਸ਼ ਮਹਿਰਾ, ਦਸਮ ਨਿਊਜ਼, ਚੰਡੀਗੜ੍ਹ।